हाँ जी स्टूडेंट्स, ਲਾਸਟ ਟਾਈਮ ਤੁਸੀਂ ਨਿਓਨ ਮੋਲੀਕਿਊਲ ਦੀ એનર્ਜੀ ਲੈਵਲ ਡਾਇਗਰਾਮ ਡਿਸਕਸ ਕੀਤੀ ਸੀ ਤੇ ਅੱਜ ਨੈਕਸਟ ਆਪਾਂ ਡਿਸਕਸ ਕਰਾਂਗੇ એનર્ਜੀ ਲੈਵਲ ਡਾਇਗਰਾਮ ਫॉर ਆਕਸੀਜਨ 1 ਪੋਜ਼ਿਟਿਵ ਮੋਲੀਕਿਊਲ। 1 ਪੋਜ਼ਿਟਿਵ ਮੀਨਸ 2 ਆਕਸੀਜਨ ਹੈ, ਉਹਨਾਂ ਦੇ ਵਿੱਚ ਇੱਕ ਆਕਸੀਜਨ ਜਿਹੜਾ ਹੈ ਉਹ ਐਜ਼ ਇਟ ਇਜ਼ ਹੈ ਐਟਮ ਦੀ ਤਰ੍ਹਾਂ ਐਗਜ਼ਿਸਟ ਕਰਦਾ ਹੈ ਤੇ ਦੂਜਾ ਜੋ ਆਕਸੀਜਨ ਹੈ ਉਹਦੇ ਉੱਤੇ 1 ਪੋਜ਼ਿਟਿਵ ਚਾਰਜ ਹੈ, ਮੀਨਸ ਉਹ ਆਇਨ ਦੀ ਤਰ੍ਹਾਂ ਐਗਜ਼ਿਸਟ ਕਰਦਾ ਹੈ। 1 ਪੋਜ਼ਿਟਿਵ ਮਤਲਬ ਉਹਨੇ ਇੱਕ ਇਲੈਕਟ੍ਰੋਨ ਆਪਣਾ ਲੂਜ਼ ਕੀਤਾ ਹੋਇਆ। ਸੋ 2 ਆਕਸੀਜਨ ਐਟਮਸ ਦੇ ਕੰਬੀਨੇਸ਼ਨ ਦੇ ਨਾਲ ਇਹ ਮੋਲੀਕਿਊਲ ਬਣਦਾ ਜਿਹਦੇ 'ਚ ਇੱਕ ਆਕਸੀਜਨ ਜੋ ਹੈ ਉਹਦੇ ਕੋਲ ਪੂਰੇ ਦੇ ਪੂਰੇ 8 ਇਲੈਕਟ੍ਰੋਨ ਹੁੰਦੇ ਆ ਤੇ ਦੂਜਾ ਜੋ ਆਕਸੀਜਨ ਹੈ ਉਹਦੇ ਕੋਲ 7 ਇਲੈਕਟ੍ਰੋਨ ਰਹਿ ਜਾਂਦੇ ਆ ਤੇ ਇਹੀ ਹੁਣ ਆਪਾਂ ਇੱਥੇ ਡਿਸਕਸ ਕਰਾਂਗੇ। ਇਨ ਦਿਸ ਮੋਲੀਕਿਊਲ the oxygen atom has atomic number 8 and its electronic configuration is oxygen 1s2 2s2 2p4 ਪੜ੍ਹ ਚੁੱਕੇ ਆ ਤੁਸੀਂ ਇਹਨਾਂ ਪਹਿਲਾਂ ਹੀ। It has 6 electrons in its valence shell। ਆ ਹੁੰਦਾ valence shell। ਹਾਇਰ ਪ੍ਰਿੰਸੀਪਲ ਕੁਆਂਟਮ ਨੰਬਰ ਵਾਲੇ ਜਿਹੜੇ ਵੀ ਆਰਬਿਟਲਸ ਹੁੰਦੇ ਆ ਉਹਨਾਂ ਦੇ ਇਲੈਕਟ੍ਰੋਨਸ ਨੂੰ ਮਿਲਾ ਕੇ ਟੋਟਲ ਇਲੈਕਟ੍ਰੋਨ ਜੋ ਹੈ ਉਹ ਵੇਲੈਂਸ ਸ਼ੈਲ ਦੇ ਇਲੈਕਟ੍ਰੋਨ ਹੁੰਦੇ ਆ। ਮੀਨਸ 2s ਤੇ 2p ਦੇ 6 ਇਲੈਕਟ੍ਰੋਨ ਹੈ, ਇਹ ਵੇਲੈਂਸ ਸ਼ੈਲ ਦੇ ਇਲੈਕਟ੍ਰੋਨ ਹੈ, ਆਊਟਰ ਮੋਸਟ ਸ਼ੈਲ ਦੇ। O2 1 positive ion is formed by the combination of one oxygen atom having 6 electrons in its valence shell and another oxygen ion that is O1 positive having 5 electrons in its valence shell। ਜਿਵੇਂ ਤੁਹਾਨੂੰ ਦੱਸਿਆ ਹੀ ਹੈ ਕਿ ਇਹ ਜਿਹੜਾ ਮੋਲੀਕਿਊਲ ਹੈ ਇਹ 2 ਆਕਸੀਜਨ ਐਟਮ ਦੇ ਕੰਬੀਨੇਸ਼ਨ ਤੋਂ ਬਣਦਾ ਹੈ ਜਿਹਦੇ 'ਚ ਇੱਕ ਆਕਸੀਜਨ ਦੇ ਆਊਟਰ ਮੋਸਟ ਸ਼ੈਲ 'ਚ 6 ਇਲੈਕਟ੍ਰੋਨ ਹੈ ਤੇ ਜਿਹੜਾ ਦੂਜਾ ਆਕਸੀਜਨ ਆਇਨ ਹੈ ਉਹ 1 ਪੋਜ਼ਿਟਿਵ ਉਹਦੇ ਆਊਟਰ ਮੋਸਟ ਸ਼ੈਲ 'ਚ 5 ਇਲੈਕਟ੍ਰੋਨ ਹੁੰਦੇ ਆ। ਸੋ ਦਾ એનર્ਜੀ ਲੈਵਲ ਡਾਇਗਰਾਮ ਆਫ ਦਿਸ ਮੋਲੀਕਿਊਲ ਇਜ਼ ELD ਲਿਖਿਆ ਹੋਇਆ ELD એનર્ਜੀ ਲੈਵਲ ਡਾਇਗਰਾਮ। ਸੋ ਉਸੇ ਤਰ੍ਹਾਂ એનર્ਜੀ ਲੈਵਲ ਡਾਇਗਰਾਮ ਤੁਹਾਨੂੰ ਬਣਾਉਣੀ ਆਉਂਦੀ ਹੈ, ਤੁਸੀਂ ਪਹਿਲਾਂ ਵੀ ਬਣਾਈ ਹੈ। ਉਸੇ ਤਰ੍ਹਾਂ ਹੀ ਆ 2s ਸਿਗਮਾ 2s ਸਿਗਮਾ ਸਟਾਰ 2s, ਇੱਧਰ 2p ਇੱਧਰ ਸਿਗਮਾ 2pz ਪਾਈ 2px ਪਾਈ 2py ਪਾਈ ਸਟਾਰ 2px ਪਾਈ ਸਟਾਰ 2py ਸਿਗਮਾ ਸਟਾਰ 2pz। ਸੋ ਪਹਿਲਾਂ ਉਸੇ ਤਰ੍ਹਾਂ ਹੀ ਨੀਚੇ ਲਿਖਾਂਗੇ ਇੱਧਰ ਆਕਸੀਜਨ 2s2 2p4 ਆਊਟਰ ਮੋਸਟ ਸ਼ੈਲ ਦੇ ਇਲੈਕਟ੍ਰੋਨ, ਇੱਧਰ ਆਕਸੀਜਨ 1 ਪੋਜ਼ਿਟਿਵ 2s2 2p3 ਕਿਉਂਕਿ ਇੱਕ ਇਲੈਕਟ੍ਰੋਨ ਲੂਜ਼ ਕਰ ਦਿੱਤਾ ਇਸ ਕਰਕੇ 3 ਰਹਿ ਗਏ। ਇੱਥੇ 2s 'ਚ 2 ਫਿਲ ਕਰ ਦਿੱਤੇ, 2p 'ਚ 4, ਇੱਧਰ 2p 'ਚ 4 ਫਿਲ ਕਰ ਦਿੱਤੇ, ਇੱਥੇ 2s 'ਚ 2 ਫਿਲ ਕਰ ਦਿੱਤੇ, 2p 'ਚ 3 ਫਿਲ ਕਰ ਦਿੱਤੇ। ਸੋ 2s 'ਚ 2 2s 'ਚ 2 ਟੋਟਲ 4 ਇਲੈਕਟ੍ਰੋਨ ਹੋ ਗਏ। ਸੋ 2 ਆ ਗਏ ਇਹਦੇ 'ਚ ਸਿਗਮਾ 2s2 ਤੇ 2 ਇਹਦੇ 'ਚ ਆ ਗਏ ਸਿਗਮਾ ਸਟਾਰ 2s2 ਤੇ ਇਸੇ ਤਰ੍ਹਾਂ 4 ਇਲੈਕਟ੍ਰੋਨ ਇੱਧਰ ਹੈ 3 ਇੱਧਰ ਹੈ, ਟੋਟਲ 7 ਹੋ ਗਏ। ਸੋ ਪਹਿਲਾਂ 2 ਇੱਥੇ, ਫਿਰ ਉਹ ਤੋਂ ਬਾਅਦ ਸਿੰਗਲੀ ਫਿਲਡ ਕੀਤਾ ਇਹਨੂੰ 3 4 ਫਿਰ 5 6 ਇੱਕ ਇਲੈਕਟ੍ਰੋਨ ਬਚ ਗਿਆ, ਫਿਰ ਉਹ ਇੱਥੇ ਹਾਇਰ 'ਚ ਆ ਗਿਆ। ਸੋ ਪਹਿਲਾਂ ਵੀ ਫਿਲਿੰਗ ਤੁਸੀਂ ਕੀਤੀ ਹੋਈ ਹੈ ਸਾਰੀ। ਇਹ ਆ ਸੈਂਟਰ ਦੇ ਵਿੱਚ ਜਿਹੜੇ ਨੇ ਇਹ ਮੋਲੀਕਿਊਲਰ ਆਰਬਿਟਲਸ ਨੇ, ਆ ਜਿਹੜੇ ਸਾਈਡਾਂ 'ਤੇ ਹੈ ਇਹ ਅਟੋਮਿਕ ਆਰਬਿਟਲਸ ਹੈ। ਸੋ ਇਹ ਜਿਹੜੇ ਇਲੈਕਟ੍ਰੋਨਸ ਨੇ ਫਿਲ ਕਰਨ ਤੋਂ ਬਾਅਦ ਫਿਰ એનર્ਜੀ ਲੈਵਲ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖੀ ਜਾਂਦੀ ਹੈ E.C ਇਲੈਕਟ੍ਰੋਨਿਕ ਕਨਫੀਗਰੇਸ਼ਨ। ਪਹਿਲਾ ਹੈ K ਮਤਲਬ K ਸ਼ੈਲ, ਇੱਕ ਦਾ K ਸ਼ੈਲ ਦੂਜੇ ਦਾ K ਸ਼ੈਲ, ਮਤਲਬ K ਸ਼ੈਲ ਜਿਹਦੇ 'ਚ 1s ਦੇ 2 ਇਲੈਕਟ੍ਰੋਨ ਆਉਂਦੇ ਆ। ਇਹਦੇ 'ਚ ਵੀ ਆਪਾਂ 1s ਲਿਖਿਆ ਨਹੀਂ ਇੱਥੇ ਕਿਉਂਕਿ ਆ 2s 'ਤੇ ਹੀ ਸ਼ੁਰੂ ਕੀਤਾ, ਇੱਥੇ ਵੀ 1s ਨਹੀਂ ਲਿਖਿਆ ਕਿਉਂਕਿ 2s ਤੋਂ ਸਟਾਰਟ ਕੀਤਾ। ਸੋ ਇੱਕ ਆਕਸੀਜਨ ਦਾ K ਸਬ ਸ਼ੈਲ ਤੇ ਦੂਜਾ ਆਕਸੀਜਨ ਉਹਦਾ K ਸਬ ਸ਼ੈਲ, ਦੋਨੋਂ ਫੁੱਲੀ ਫਿਲਡ ਹੈ। ਉਸ ਤੋਂ ਬਾਅਦ ਇੱਧਰੋਂ ਸਟਾਰਟ ਕਰ ਲਈਏ ਸਿਗਮਾ 2s2 ਲਿਖਿਆ ਹੋਇਆ ਸਿਗਮਾ 2s2, ਫਿਰ ਆ ਗਿਆ ਸਿਗਮਾ ਸਟਾਰ 2s2 ਸਿਗਮਾ ਸਟਾਰ 2s ਇਹਦੇ 'ਚ ਵੀ 2 ਇਲੈਕਟ੍ਰੋਨ ਹੈ। ਫਿਰ ਉਹ ਤੋਂ ਬਾਅਦ ਸਿਗਮਾ 2pz ਇਹਦੇ 'ਚ ਵੀ 2 ਇਲੈਕਟ੍ਰੋਨ ਸਿਗਮਾ 2pz2 ਲਿਖਿਆ ਹੋਇਆ ਸਿਗਮਾ 2pz2। ਫਿਰ ਆ ਗਿਆ ਪਾਈ 2px ਇਹਦੇ 'ਚ ਵੀ 2 ਇਲੈਕਟ੍ਰੋਨ ਹੈ, ਸੋ ਲਿਖ ਦਿੱਤਾ ਪਾਈ 2px2। ਫਿਰ ਆ ਗਿਆ ਪਾਈ 2py ਇਹਦੇ 'ਚ ਵੀ 2 ਇਲੈਕਟ੍ਰੋਨ ਹੈ, ਸੋ ਇਹ ਵੀ ਲਿਖ ਦਿੱਤੇ ਇੱਥੇ ਪਾਈ 2py2। ਨੈਕਸਟ ਆ ਗਿਆ ਪਾਈ ਸਟਾਰ 2px ਇਹਦੇ 'ਚ 1 ਇਲੈਕਟ੍ਰੋਨ ਹੈ, ਸੋ ਲਿਖਿਆ ਹੋਇਆ ਪਾਈ ਸਟਾਰ 2px1 ਲਿਖਿਆ ਹੋਇਆ ਇੱਥੇ 1। ਸੋ ਇਹ ਹੋ ਗਈ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ। ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖਣ ਤੋਂ ਬਾਅਦ ਫਿਰ ਬੌਂਡ ਆਰਡਰ ਆਫ O2 1 ਪੋਜ਼ਿਟਿਵ ਮੋਲੀਕਿਊਲ ਇਜ਼, ਸੋ ਹੁਣ ਪਹਿਲਾਂ ਹੁੰਦੇ ਇਹਦੇ 'ਚ ਨੰਬਰ ਆਫ ਇਲੈਕਟ੍ਰੋਨਸ ਇਨ ਬੌਂਡਿੰਗ ਮੋਲੀਕਿਊਲਰ ਆਰਬਿਟਲ। ਬੌਂਡਿੰਗ ਉਹ ਹੁੰਦੇ ਆ ਜਿਨ੍ਹਾਂ ਦੇ ਵਿੱਚ ਸਟਾਰ ਨਹੀਂ ਲੱਗਿਆ ਹੋਇਆ। ਹੁਣ ਇਹ ਦੇਖ ਲਓ 2 4 6 8 ਜਿਨ੍ਹਾਂ 'ਚ ਸਟਾਰ ਨਹੀਂ ਹੈ, ਇਹ ਹੋ ਗਏ ਬੌਂਡਿੰਗ ਵਾਲੇ। 8 ਹੋ ਗਿਆ ਮਾਈਨਸ ਨੰਬਰ ਆਫ ਇਲੈਕਟ੍ਰੋਨਸ ਇਨ ਐਂਟੀ ਬੌਂਡਿੰਗ ਮੋਲੀਕਿਊਲਰ ਆਰਬਿਟਲ। ਐਂਟੀ ਬੌਂਡਿੰਗ ਮਤਲਬ ਸਟਾਰ ਵਾਲੇ 2 ਤੇ 1 ਇਹਦੇ 'ਚ ਹੋ ਗਿਆ 3,
8-3 डिवाइडेड बाई 2 ਫਾਰਮੂਲੇ 'ਚ ਹੁੰਦਾ ਇਹ। ਸੋ 5/2 ਬੌਂਡ ਆਰਡਰ ਹੋ ਗਿਆ 2.5। ਮਤਲਬ ਇੱਥੇ ਆਕਸੀਜਨ ਮੋਲੀਕਿਊਲ ਦੇ ਵਿੱਚ ਜਿਹਦੇ ਉੱਤੇ 1 ਪੋਜ਼ਿਟਿਵ ਚਾਰਜ ਹੈ, ਇੱਥੇ ਬੌਂਡ ਆਰਡਰ 2.5 ਹੁੰਦਾ। ਤੇ ਨੈਕਸਟ ਫਿਰ ਅੱਗੇ, ਬਿਕੋਜ਼ ਦਾ ਬੌਂਡ ਆਰਡਰ ਆਫ O2 1 ਪੋਜ਼ਿਟਿਵ ਮੋਲੀਕਿਊਲ ਇਜ਼ ਗ੍ਰੇਟਰ ਦੈਨ 0, ਕਿਉਂਕਿ 0 ਤੋਂ ਵੱਡਾ ਹੈ, 2.5 ਹੈ, ਤਾਂ ਇਹਦਾ ਮਤਲਬ ਇਹ ਮੋਲੀਕਿਊਲ ਨੇਚਰ 'ਚ ਐਗਜ਼ਿਸਟ ਕਰਦਾ ਹੈ। is greater than 0, therefore it exists in nature, and there is one unpaired electron। एक unpaired electron भी है, ਤੁਸੀਂ ਦੇਖਿਆ ਆ unpaired electron ਹੈ ਇੱਥੇ। unpaired ਹੈ ਤਾਂ it means ਇਹ ਪੈਰਾਮੈਗਨੈਟਿਕ ਨੇਚਰ ਦਾ ਹੈ, so it is paramagnetic in nature, ਜਿਹਦੇ ਕਰਕੇ ਇਹ ਮੋਲੀਕਿਊਲ ਪੈਰਾਮੈਗਨੈਟਿਕ ਨੇਚਰ ਦਾ ਹੋ ਜਾਂਦਾ ਹੈ। ਸੋ ਇਹ ਸੀ ਤੁਹਾਡੇ ਕੋਲ એનર્ਜੀ ਲੈਵਲ ਡਾਇਗਰਾਮ ਫॉर O2 1 ਪੋਜ਼ਿਟਿਵ ਮੋਲੀਕਿਊਲ। ਤੇ ਨੈਕਸਟ ਆਪਾਂ ਡਿਸਕਸ ਕਰਾਂਗੇ એનર્ਜੀ ਲੈਵਲ ਡਾਇਗਰਾਮ ਆਫ O2 1 ਨੈਗੇਟਿਵ ਮੋਲੀਕਿਊਲ। ਇਹ ਵੀ ਤੁਸੀਂ ਬੜੀ ਆਸਾਨੀ ਦੇ ਨਾਲ ਸਮਝ ਸਕਦੇ ਆ। ਪਹਿਲਾਂ 1 ਪੋਜ਼ਿਟਿਵ ਚਾਰਜ ਸੀ, ਮਤਲਬ ਇੱਕ ਇਲੈਕਟ੍ਰੋਨ ਇੱਕ ਆਕਸੀਜਨ ਨੇ ਡੋਨੇਟ ਕੀਤਾ ਹੋਇਆ। ਇੱਥੇ 1 ਨੈਗੇਟਿਵ ਚਾਰਜ ਹੈ, ਮਤਲਬ ਆਕਸੀਜਨ ਇੱਕ ਨੇ ਇੱਕ ਇਲੈਕਟ੍ਰੋਨ ਗੇਨ ਕੀਤਾ ਹੋਇਆ। ਸੋ ਇਹਦਾ ਮਤਲਬ ਇੱਕ ਆਕਸੀਜਨ ਦੇ ਆਊਟਰ ਮੋਸਟ ਸ਼ੈੱਲ 'ਚ ਤਾਂ ਉਸੇ ਤਰ੍ਹਾਂ 6 ਇਲੈਕਟ੍ਰੋਨ ਹੈ, ਬਟ ਜਿਹੜਾ ਦੂਜਾ ਆਕਸੀਜਨ ਹੈ ਉਹਦੇ ਆਊਟਰ ਮੋਸਟ ਸ਼ੈੱਲ 'ਚ ਹੁਣ 6 ਦੀ ਬਜਾਏ 7 ਇਲੈਕਟ੍ਰੋਨ ਹੋ ਗਏ। ਸੋ ਲਿਖਿਆ ਹੋਇਆ in this molecule the oxygen has atomic number 8 and its electronic configuration is this: it has 6 electrons in its valence shell. O2 1 negative ion is formed by the one oxygen atom having 6 electrons in its valence shell and another oxygen ion that is O negative having 7 electrons in its valence shell, ਜਿਵੇਂ ਦੱਸਿਆ ਹੀ ਹੈ ਤੁਹਾਨੂੰ। So the energy level diagram of this molecule is, ਉਸੇ ਤਰ੍ਹਾਂ ਫਿਰ ਇਹਦੀ ਵੀ energy level diagram, ਇੱਕ ਆਕਸੀਜਨ ਹੋ ਗਿਆ 1s2 2s2 2p4, ਦੂਜਾ ਹੋ ਗਿਆ 1s2 2s2 2p5 ਹੋ ਗਿਆ, ਕਿਉਂਕਿ ਇੱਕ ਇਲੈਕਟ੍ਰੋਨ ਨੇ ਗੇਨ ਕਰ ਲਿਆ। ਆ ਆਕਸੀਜਨ ਦੇ ਉੱਤੇ ਆ ਉੱਪਰ ਨੈਗੇਟਿਵ ਚਾਰਜ ਸ਼ੋ ਕੀਤਾ ਹੋਇਆ। ਤੇ ਉਸੇ ਤਰ੍ਹਾਂ ਹੀ ਇਹ ਫਿਰ ਸੈਂਟਰ ਦੇ ਵਿੱਚ ਇਲੈਕਟ੍ਰੋਨ ਫਿਲ ਕਰਨੇ ਸ਼ੁਰੂ ਕਰ ਦਿੱਤੇ। ਇੱਥੇ 2sh2 2p 'ਚ 4, ਇੱਥੇ 2sh2 2p 'ਚ 5 ਇਲੈਕਟ੍ਰੋਨ ਆ ਗਏ। ਸੋ ਇੱਥੇ 2 ਇਹਦੇ 'ਚ 2 ਇਹਦੇ 'ਚ 4 ਇਲੈਕਟ੍ਰੋਨ ਫਿਲ ਹੋ ਗਏ। ਉਸੇ ਤਰ੍ਹਾਂ 4 ਇਹਦੇ 'ਚ 5 ਇਹਦੇ 'ਚ, ਟੋਟਲ 9 ਇਲੈਕਟ੍ਰੋਨ ਹੋ ਗਏ। 2 4 6 7 8 9। ਸੋ ਇੱਥੇ ਹੁਣ ਸਾਡੇ ਕੋਲ ਜੋ ਹੈ ਇਲੈਕਟ੍ਰੋਨਿਕ ਕਨਫੀਗਰੇਸ਼ਨ ਕਿਵੇਂ ਲਿਖਣੀ ਹੈ, ਸਿਗਮਾ 2s2 ਸਿਗਮਾ ਸਟਾਰ 2s2 ਸਿਗਮਾ 2pz2 ਪਾਈ 2px2 ਪਾਈ 2py2 ਪਾਈ ਸਟਾਰ 2px2 ਪਾਈ ਸਟਾਰ 2py1। ਸੋ ਇਸ ਤਰ੍ਹਾਂ ਇਹ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖਣੀ ਹੈ। ਤੇ ਇਹਦੇ 'ਚ ਵੀ ਤੁਸੀਂ ਦੇਖੋ ਅਨਪੇਅਰਡ ਇਲੈਕਟ੍ਰੋਨ ਹੈ, ਮਤਲਬ ਇਹ ਪੈਰਾਮੈਗਨੈਟਿਕ ਨੇਚਰ ਦਾ ਮੋਲੀਕਿਊਲ ਹੈ। ਇੱਥੇ ਆਪਾਂ ਡਿਸਕਸ ਕਰਾਂਗੇ, ਲਿਖਿਆ ਹੋਇਆ ਇਹਦੇ 'ਚ ਇਟਸ ਇਲੈਕਟ੍ਰੋਨਿਕ ਕਨਫੀਗਰੇਸ਼ਨ ਇਜ਼ k.k. ਉਸੇ ਤਰ੍ਹਾਂ, ਕਿਉਂਕਿ k ਸ਼ਬ ਸ਼ੈਲ ਜਿਹੜਾ ਹੈ ਉਹ ਫੁੱਲੀ ਫਿਲਡ ਹੈ। ਬਾਕੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਉਸੇ ਤਰ੍ਹਾਂ ਹੀ ਲਿਖੀ ਹੋਈ ਹੈ ਜਿਵੇਂ ਤੁਹਾਨੂੰ ਮੈਂ ਦੱਸੀ ਹੈ। ਪਾਈ ਸਟਾਰ 2py ਇੱਥੇ 1 ਲਿਖ ਦੇਣਾ ਇਹਦੇ 'ਚ। ਤੇ ਬੌਂਡ ਆਰਡਰ ਆਫ O2 1 ਨੈਗੇਟਿਵ ਆਇਨ ਇਜ਼ 8 ਇਲੈਕਟ੍ਰੋਨ ਹੋ ਗਏ ਹੁਣ ਬੌਂਡਿੰਗ ਮੋਲੀਕਿਊਲਰ ਆਰਬਿਟਲ 'ਚ 2 4 6 8। ਸੌਰੀ ਇੱਥੇ ਗਲਤ ਲਿਖਿਆ ਹੋਇਆ, ਇੱਥੇ ਹੋਣਾ ਸਿਗਮਾ 2s2, ਇੱਥੇ ਹੈ ਸਿਗਮਾ ਸਟਾਰ 2s2, ਫਿਰ ਸਿਗਮਾ 2pz2 ਪਾਈ 2px2 ਪਾਈ 2py2 ਪਾਈ ਸਟਾਰ 2px2 ਪਾਈ ਸਟਾਰ 2p1। ਸੋ ਇੱਥੇ 2 4 6 8 ਇਲੈਕਟ੍ਰੋਨ ਹੋ ਗਏ ਬੌਂਡਿੰਗ ਮੋਲੀਕਿਊਲਰ ਆਰਬਿਟਲ, ਮਾਈਨਸ ਐਂਟੀ ਬੌਂਡਿੰਗ ਦੇ ਵਿੱਚ 2 2 4 1 5, 8 ਮਾਈਨਸ 5/2 3/2 1.5, ਮਤਲਬ ਇੱਥੇ ਬੌਂਡ ਆਰਡਰ ਹੋ ਗਿਆ 1.5। ਹੈਂਸ ਬੌਂਡ ਆਰਡਰ ਆਫ O2 1 ਨੈਗੇਟਿਵ ਇਜ਼ ਗ੍ਰੇਟਰ ਦੈਨ 0, देयरफॉर इट एग्जिस्ट इन नेचर, नेचर च एग्जिस्ट करता है क्योंकि बॉन्ड ऑर्डर ग्रेटर दैन 0 है। देयर इज़ वन अनपेयर्ड इलैक्ट्रॉन, सो इट इज़ पैरामैगनैटिक इन नेचर। इत्थे भी एक अनपेयर्ड इलैक्ट्रॉन है जिहदे करके इहदा भी पैरामैगनैटिक नेचर ही हुंदा है। सो ये सी तुहाडे कोल एनर्जी लैवल डायग्राम फॉर O2 1 नैगेटिव आयन। सो अज दे लई तुहाडा इन्ना ही टॉपिक आपां डिस्कस करांगे। ये नैक्सट टॉपिक हुण तुहाडा नैक्सट वीडियो दे विच आपां डिस्कस करांगे।